आइए आज हम इस कपल की अद्भुत गवाही देखते हैं कि कैसे इन्होंने बेबी ब्लेसिंग के लिए इंडिया और अमेरिका के बड़े बड़े डॉक्टरों से अपना इलाज करवाया और इन्होंने 3 बार IUI और 2 बार IVF भी करवाया, पर इन्हें कोई फर्क नहीं पड़ा। पर जब ये परमेश्वर के दास प्रेरित अंकुर यूसुफ नरूला जी से मिले, तब परमेश्वर ने इन पर अपना अनुग्रह किया और इन्हें बच्चे के साथ आशीषित किया। मेरा नाम रोहित पट्टी है और मेरी वाइफ का नाम प्रोमिला गिल है और असी न्यूयॉर्क USA तो आए हैं और असी अज अपनी लाइफ की बहुत वड्डी गवाही तुहाडे नाल शेयर करन जा रहे हैं। जनवरी 2016 दे विच साडी मैरिज हुई और कुछ ही दिनों बाद मैं US वापस चल गया और 2017 दे विच मेरे वाइफ अमेरिका आ गए और जिद्दां ये उत्थे आए असी बेबी का प्लान किया। ਜਦੋਂ ਅਸੀਂ ਬੇਬੀ ਪਲਾਨ ਕੀਤਾ ਤੇ ਪਰ ਮੇਰੇ ਵਾਈਫ ਕਨਸੀਵ ਨਹੀਂ ਕਰ ਪਾ ਰਹੇ ਸੀਗੇ। ਜਦੋਂ ਕਨਸੀਵ ਨਹੀਂ ਸੀ ਕਰ ਪਾ ਰਹੇ ਤੇ ਅਸੀਂ ਲੋਕਲ ਆਪਣੇ ਰੈਗੂਲਰ ਡਾਕਟਰ ਦੇ ਕੋਲ ਕੰਸਲਟ ਕੀਤਾ। ਸੋ ਉਹਨਾਂ ਦੇ ਕੋਲ ਅਸੀਂ ਗਏ ਤੇ ਉਹਨਾਂ ਨੇ ਆਖਿਆ ਕਿ ਕੋਈ ਐਸੀ ਗੱਲ ਨਹੀਂ ਹੈ, ਤੁਸੀਂ ਠੀਕ ਹੋ। ਉਹਨਾਂ ਨੇ ਟੈਸਟ ਕੀਤੇ, ਕੋਈ ਪ੍ਰੋਬਲਮ ਨਹੀਂ ਗਈ ਕਿਉਂਕਿ ਤੁਸੀਂ ਅਜੇ ਹੁਣੇ ਤੁਸੀਂ ਇਕੱਠੇ ਰਹਿਣਾ ਸ਼ੁਰੂ ਹੋਏ ਕਿਉਂਕਿ ਮੇਰੇ ਵਾਈਫ ਜਸਟ ਆਏ ਸੀਗੇ ਤੇ ਤੁਸੀਂ ਇਕੱਠੇ ਰਹੋ, 1 ਸਾਲ ਦਾ ਟਾਈਮ ਲਓ ਤੇ ਤੁਸੀਂ ਕਨਸੀਵ ਕਰ ਜਾਓਗੇ, ਤੁਸੀਂ ਯੰਗ ਹੋ। ਉਹਨਾਂ ਨੇ ਇਦਾਂ ਕਹਿ ਕੇ ਸਾਨੂੰ ਭੇਜਤਾ। ਸੋ ਅਸੀਂ ਫਿਰ ਤਕਰੀਬਨ 1 ਸਾਲ ਇਦਾਂ ਹੀ ਵੇਟ ਕਰਦੇ ਰਹੇ। ਉਸ ਤੋਂ ਬਾਅਦ 'ਚ ਫਿਰ ਅਸੀਂ 1 ਸਾਲ ਬਾਅਦ ਫਿਰ ਸੋਚਿਆ ਕਿ ਅਜੇ ਵੀ ਬੇਬੀ ਨਹੀਂ ਹੋ ਰਿਹਾ ਤੇ ਅਸੀਂ ਫਿਰ ਦੂਸਰੇ ਡਾਕਟਰ ਕੋਲੋਂ ਕੰਸਲਟ ਕੀਤਾ। ਜਿੱਦਾਂ ਅਸੀਂ ਦੂਸਰੇ ਡਾਕਟਰ ਦੇ ਕੋਲ ਗਏ, ਉਹਨਾਂ ਨੇ ਕੁਛ ਇੱਕ ਮੈਡੀਸਨ ਮੇਰੇ ਵਾਈਫ ਨੂੰ ਲਾਈ ਔਰ ਕਿਹਾ ਕਿ ਤੁਸੀਂ ਇਹ ਖਾਓ ਤੇ ਕੋਈ ਗੱਲ ਨਹੀਂ, ਤੁਸੀਂ ਪ੍ਰੈਗਨੈਂਟ ਹੋ ਜਾਓਗੇ। ਸੋ ਅਸੀਂ ਉਸ ਚੀਜ਼ ਦੇ ਲਈ ਵੇਟ ਕਰਦੇ ਰਹੇ, ਫਿਰ ਵੀ ਕੁਛ ਵੀ ਨਹੀਂ ਹੋਇਆ। ਸੋ ਇਸੇ ਤਰ੍ਹਾਂ ਮੈਨੂੰ ਕਿਸੇ ਨੇ ਦੱਸਿਆ ਕਿ ਤੁਸੀਂ ਇੱਦਾਂ ਕਰੋ, ਇੰਡੀਆ ਤੋਂ ਇਸ ਡਾਕਟਰ ਨੂੰ ਚੈੱਕ ਕਰਾਓ ਕਿ ਕੋਈ ਹੋਮੋਪੈਥਿਕ ਡਾਕਟਰ ਉਹਨਾਂ ਨੇ ਦੱਸਿਆ ਲੁਧਿਆਣੇ ਦੇ ਵਿੱਚ। ਤੋ ਅਸੀਂ ਅਮਰੀਕਾ ਤੋਂ ਟਰੈਵਲ ਕੀਤਾ, ਅਸੀਂ ਵਾਪਸ ਇੰਡੀਆ ਆਏ ਤੇ ਵਾਪਸ ਆ ਕੇ ਅਸੀਂ ਇੱਥੇ ਹੋਮੋਪੈਥਿਕ ਡਾਕਟਰ ਨੂੰ ਸਾਰਾ ਕੁਝ ਦੱਸਿਆ। ਸਾਰਾ ਉਹਨਾਂ ਨੇ ਕੁਝ ਮੈਡੀਸਨ ਜਿਹੜੀਆਂ ਮੇਰੀ ਵਾਈਫ ਨੂੰ ਦੇ ਦਿੱਤੀਆਂ। ਉਹ ਵੀ ਅਸੀਂ ਕੰਟੀਨਿਊ ਕੀਤੀਆਂ, ਖਾਂਦੇ ਰਹੇ ਤਕਰੀਬਨ 6 ਮਹੀਨੇ ਲੰਘ ਗਿਆ। ਵਾਈਫ ਨੇ ਖਾਧੀ ਤੇ ਕੁਛ ਨਹੀਂ ਹੋਇਆ। ਇਸੇ ਤਰ੍ਹਾਂ ਮੇਰੀ ਵਾਈਫ ਨੂੰ ਕਿਸੇ ਨੇ ਦੱਸਿਆ ਕਿ ਤੁਸੀਂ ਲੁਧਿਆਣੇ CMC ਦੇ ਵਿੱਚ ਕੋਈ ਗਾਇਨੇਕੋਲੋਜਿਸਟ ਡਾਕਟਰ ਹੈ, ਤੁਸੀਂ ਉਹਨਾਂ ਨੂੰ ਦਿਖਾਓ। ਇੱਥੇ ਆ ਕੇ ਅਸੀਂ ਲੁਧਿਆਣੇ ਡਾਕਟਰ ਨੂੰ ਦਿਖਾਇਆ। ਉਹਨਾਂ ਨੇ ਵੀ ਇੱਕ ਮੈਡੀਸਨ ਕੁਛ ਜਿਹੜੀ ਆ ਇਹਨਾਂ ਨੂੰ ਲਾਤੀ। ਲੁਧਿਆਣੇ ਤੋਂ ਮੈਡੀਸਨ ਅਸੀਂ ਲੈ ਕੇ ਗਏ। ਉੱਥੇ ਜਾ ਕੇ ਅਸੀਂ ਉਹਨੂੰ ਤਕਰੀਬਨ 6 ਮਹੀਨੇ ਕੰਟੀਨਿਊ ਖਾਧਾ ਮੇਰੀ ਵਾਈਫ ਨੇ। ਉਹ ਮੈਡੀਸਨ ਖਾਣ ਦੇ ਬਾਵਜੂਦ ਕੋਈ ਵੀ ਰਿਜ਼ਲਟ 6 ਮਹੀਨੇ ਤੱਕ ਆਇਆ ਨਹੀਂ। ਉਹ ਫਿਰ ਜਦੋਂ ਰਿਜ਼ਲਟ ਕੋਈ ਨਹੀਂ ਆਇਆ, ਫਿਰ ਸਾਨੂੰ IVF ਦੇ ਬਾਰੇ ਪਤਾ ਚੱਲਿਆ, IUI IVF। ਮੇਰੀ ਵਾਈਫ ਨੇ ਕਾਫੀ ਟਾਈਮ ਲਿਆ ਉਹਦੇ ਬਾਰੇ ਰਿਸਰਚ ਕਰਨ ਤੇ ਵੇਖਣ ਤੇ ਕਿੱਦਾਂ ਕੀ ਪ੍ਰੋਸੀਜਰ ਆ, ਕਿੱਦਾਂ ਹੁੰਦਾ ਆ, ਕੀ ਹੁੰਦਾ ਆ। ਉਹਦੇ ਵਿੱਚ ਸਾਨੂੰ ਇੱਕ ਨਿਊਯਾਰਕ ਦਾ ਬੈਸਟ ਡਾਕਟਰ ਜਿਹੜਾ IVF ਕਰਦਾ ਸੀਗਾ, ਉਹਦੇ ਬਾਰੇ ਪਤਾ ਚੱਲਿਆ ਕਿ ਤੁਸੀਂ ਉਹਦੇ ਨਾਲ ਕੰਸਲਟ ਮਤਲਬ ਕਰੋ। ਸੋ ਅਸੀਂ ਉਸ ਡਾਕਟਰ ਦੇ ਕੋਲ ਅਪਾਇੰਟਮੈਂਟ ਬਣਾਈ। ਉਹਨਾਂ ਨੇ ਕੰਸਲਟ ਕੀਤਾ ਕਿ ਓਕੇ IUI ਕਿੱਦਾਂ ਹੋਏਗਾ। ਜਿਹੜਾ ਪਹਿਲਾ ਸਟੈਪ ਸੀਗਾ ਉਹ IUI ਸੀਗਾ। ਡਾਕਟਰ ਨੇ ਸਾਨੂੰ IUI ਦੀ ਅਪਾਇੰਟਮੈਂਟ ਦੇ ਦਿੱਤੀ ਕਿ ਤੁਸੀਂ ਇੰਨੀ ਤਰੀਕ ਨੂੰ ਆ ਜਿਓ। ਉਹ 2020 ਦੇ ਵਿੱਚ ਪਹਿਲੀ ਵਾਰੀ ਮੇਰੇ ਵਾਈਫ ਦਾ IUI ਹੋਇਆ। IUI ਕਰਨ ਤੋਂ ਬਾਅਦ 15 ਦਿਨ ਬਾਅਦ ਉਹਨਾਂ ਨੇ ਸਾਨੂੰ ਵਾਪਸ ਬੁਲਾਉਣਾ ਸੀ, ਜਿਹਦੇ ਵਿੱਚ ਕਨਫਰਮ ਹੋਣਾ ਸੀਗਾ ਕਿ ਪ੍ਰੈਗਨੈਂਸੀ ਹੋਈ ਹੈ ਕਿ ਨਹੀਂ। ਸੋ ਉਹਨਾਂ ਨੇ ਜਦੋਂ ਬੁਲਾਇਆ, ਟੈਸਟ ਕੀਤਾ ਤੇ ਉਹਨਾਂ ਨੇ ਕਿਹਾ ਸੌਰੀ ਕਿ ਪ੍ਰੈਗਨੈਂਸੀ ਨਹੀਂ ਹੋਈ। ਸੋ ਇਸੇ ਤਰ੍ਹਾਂ ਅਸੀਂ ਬਹੁਤ ਜ਼ਿਆਦਾ ਨਿਰਾਸ਼ ਹੋਏ ਕਿ ਇੰਨਾ ਸਾਰੀਆਂ ਮੈਡੀਸਨ ਖਾਧੀਆਂ ਜਿਹੜੀ IUI ਦੇ ਪ੍ਰੋਸੀਜਰ ਦੀਆਂ ਸੀਗੀਆਂ, ਉਹ ਖਾਧੀਆਂ ਤੇ ਨਹੀਂ ਹੋਇਆ। ਸੋ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਓਕੇ ਕੋਈ ਗੱਲ ਨਹੀਂ, ਡਾਕਟਰ ਕਹਿੰਦੇ ਕਿ ਅਸੀਂ ਦੁਬਾਰਾ IUI ਕਰਾਂਗੇ। ਇਸੇ ਤਰ੍ਹਾਂ ਉਹਨਾਂ ਨੇ ਫਿਰ IUI ਕੀਤਾ। ਫਿਰ 15 ਦਿਨ ਬਾਅਦ ਵਾਪਸ ਬੁਲਾਇਆ, ਵੇਖੀ ਕਿ ਆਪਣਾ ਪ੍ਰੈਗਨੈਂਸੀ ਹੋਈ ਹੈ ਕਿ ਨਹੀਂ। ਸੋ ਉਹ ਪ੍ਰੈਗਨੈਂਸੀ ਨਹੀਂ ਸੀ ਹੋਈ। ਫਿਰ ਉਹ ਕਹਿੰਦੇ ਸੌਰੀ। ਉਹਨਾਂ ਨੇ ਫਿਰ ਸਾਨੂੰ ਤੀਜੀ ਵਾਰੀ IUI ਦੇ ਲਈ ਬੁਲਾਇਆ। ਇਸੇ ਤਰ੍ਹਾਂ ਉਹਨਾਂ ਨੇ 15 ਦਿਨ ਬਾਅਦ ਫਿਰ ਚੈੱਕ ਕੀਤਾ ਤੇ IUI ਜਿਹੜਾ ਉਹ ਕੋਈ ਵੀ ਪ੍ਰੈਗਨੈਂਸੀ ਦੀ ਰਿਪੋਰਟ ਪੋਜ਼ਿਟਿਵ ਨਹੀਂ ਸੀਗੀ। ਇਸੇ ਤਰ੍ਹਾਂ ਮੇਰੀ ਵਾਈਫ ਦਾ 3 ਵਾਰ IUI ਹੋਇਆ। ਸੋ IUI 3 ਵਾਰ ਹੋਇਆ ਤੇ ਸਹੀ, ਪਰ ਸਕਸੈਸ ਇੱਕ ਦੇ ਵਿੱਚ ਵੀ ਨਹੀਂ ਹੋਈ। ਸੋ ਅਸੀਂ ਕਾਫੀ ਬਹੁਤ ਜ਼ਿਆਦਾ ਨਿਰਾਸ਼ ਹੋਏ। ਸੋ ਡਾਕਟਰ ਕਹਿੰਦਾ ਡੋਂਟ ਵਰੀ, ਮੈਂ ਦੁਬਾਰਾ ਤੁਹਾਨੂੰ ਕੰਸਲਟ ਕਰਾਂਗਾ ਇਸ ਚੀਜ਼ ਦੇ ਬਾਰੇ, ਅਸੀਂ ਨੈਕਸਟ ਕੀ ਕਰਨਾ। ਸੋ ਅਸੀਂ ਨੈਕਸਟ ਮੀਟਿੰਗ ਸਾਡੀ ਡਾਕਟਰ ਦੇ ਨਾਲ ਹੋਈ ਤੇ ਉਹਨਾਂ ਨੇ ਸਾਨੂੰ ਕੰਸਲਟ ਕੀਤਾ ਕਿ ਤੁਸੀਂ ਆਪਾਂ ਹੁਣ IVF ਕਰ ਸਕਦੇ ਹਾਂ। ਉਹਦੇ ਲਈ ਜਿਹੜਾ ਪ੍ਰੋਸੀਜਰ ਪਹਿਲਾਂ ਹੁੰਦਾ, ਵਾਈਫ ਨੇ ਮੈਡੀਸਨ ਖਾਧੀ, ਕੁਛ ਇੰਜੈਕਸ਼ਨਸ ਦਿੱਤੇ ਉਹਨਾਂ ਨੇ ਤੇ ਉਹਨਾਂ ਨੇ ਇੱਕ ਦਿਨ ਸਾਨੂੰ IVF ਦੇ ਲਈ ਬੁਲਾ ਲਿਆ। ਸੋ IVF ਦਾ ਜਿਹੜਾ ਉਹਨਾਂ ਨੇ ਬੁਲਾਇਆ, ਉਹਨਾਂ ਨੇ ਇੱਕ ਐਂਬਰੀਓ
ਰੱਖਿਆ IVF ਦੇ ਲਈ। ਉਹਨਾਂ ਨੇ ਇੱਕ ਐਮਬਰੀਓ ਰੱਖਿਆ ਔਰ ਸਾਨੂੰ 15 ਦਿਨ ਬਾਅਦ ਫਿਰ ਬੁਲਾਇਆ ਉਹ ਟੈਸਟ ਕਰਨ ਦੇ ਲਈ। ਸੋ ਉਸ ਤੋਂ ਬਾਅਦ ਜਿੱਦਾਂ ਹੀ ਅਸੀਂ 15 ਦਿਨ ਬਾਅਦ ਦੁਬਾਰਾ ਡਾਕਟਰ ਦੇ ਕੋਲ ਗਏ, ਬੜੀ ਖੁਸ਼ੀ ਹੋਣੀ ਕਿ ਅਸੀਂ ਅਲਟਰਾਸਾਊਂਡ ਵੇਖਣਾ ਜਾ ਕੇ ਤੇ ਪ੍ਰੈਗਨੈਂਸੀ ਹੋ ਗਈ ਆ। ਤੇ ਉਹ ਜਿੱਦਾਂ ਹੀ ਅਸੀਂ ਪਹੁੰਚਣਾ ਉੱਥੇ ਤੇ ਉਹਨਾਂ ਡਾਕਟਰ ਨੇ ਚੈੱਕ ਕੀਤਾ, IVF ਵਾਲਾ ਜਿਹੜਾ ਫਸਟ IVF ਹੋਇਆ ਸੀਗਾ ਉਹਨਾਂ ਨੇ ਚੈੱਕ ਕੀਤਾ ਤੇ ਉਹਨਾਂ ਨੇ ਕਿਹਾ ਕਿ ਸੌਰੀ ਉਹ ਵੀ ਗਰੋ ਜਿਹੜਾ ਬੇਬੀ ਨਹੀਂ ਹੋਇਆ ਜਿਹੜਾ ਐਮਬਰੀਓ ਇੱਕ ਰੱਖਿਆ ਸੀਗਾ। ਸੋ ਅਸੀਂ ਬਹੁਤ ਜ਼ਿਆਦਾ ਨਿਰਾਸ਼ ਹੋਏ। ਮੇਰੀ ਵਾਈਫ ਉਸੇ ਟਾਈਮ ਉਸੇ ਰੂਮ ਦੇ ਵਿੱਚ ਬੈੱਡ ਦੇ ਉੱਤੇ ਬਹੁਤ ਜ਼ਿਆਦਾ ਰੋਏ। ਉਹ IVF ਜਦੋਂ ਪਹਿਲੀ ਵਾਰੀ ਵੀ ਜਦੋਂ ਅਨਸਕਸੈਸ ਹੋਇਆ ਤੇ ਉਹ ਅਸੀਂ ਇੰਨੇ ਜ਼ਿਆਦਾ ਟੁੱਟ ਗਏ ਕਿ ਇਸ ਤੋਂ ਅੱਗੇ ਹੁਣ ਅਸੀਂ ਕਿੱਥੇ ਜਾਵਾਂਗੇ। ਸੋ ਇਸੇ ਤਰ੍ਹਾਂ ਜਦੋਂ ਪਹਿਲਾ IVF ਖਰਾਬ ਹੋਇਆ, ਕੋਈ ਵੀ ਰਿਜ਼ਲਟ ਨਹੀਂ ਆਇਆ, ਡਾਕਟਰ ਵੀ ਨਿਰਾਸ਼ ਹੋਇਆ, ਅਸੀਂ ਵੀ ਨਿਰਾਸ਼ ਹੋਏ ਬਹੁਤ ਜ਼ਿਆਦਾ। ਔਰ ਇਸੇ ਤਰ੍ਹਾਂ ਅਸੀਂ ਸੈਡ ਹੋ ਕੇ ਆਪਣੇ ਘਰ ਵਾਪਸ ਚਲ ਗਏ ਔਰ ਡਾਕਟਰ ਨੇ ਕਿਹਾ ਕਿ ਕੋਈ ਗੱਲ ਨਹੀਂ, ਤੁਸੀਂ ਨੈਕਸਟ ਅਪਾਇੰਟਮੈਂਟ ਬਣਾਉਣਾ, ਅਸੀਂ ਦੁਬਾਰਾ IVF ਕਰਾਂਗੇ। ਡਾਕਟਰ ਨਾਲ ਸਾਡੀ ਮੁਲਾਕਾਤ ਹੋਈ ਤੇ ਡਾਕਟਰ ਨੂੰ ਮੈਂ ਕਿਹਾ ਕਿ ਤੁਸੀਂ ਇੱਦਾਂ ਕਰੋ ਕਿ ਇਹ ਪਿਛਲੀ ਵਾਰੀ ਇੱਕ ਐਮਬਰੀਓ ਰੱਖਿਆ ਸੀਗਾ ਤੇ ਉਹ ਮਤਲਬ ਗਰੋਥ ਨਹੀਂ ਹੋਈ ਤਾਂ ਤੁਸੀਂ 2 ਰੱਖ ਦਿਓ ਇਸ ਵਾਰੀ। ਜਿੱਦਾਂ ਅਸੀਂ 2 ਐਮਬਰੀਓ ਰਖਾਏ ਤੇ 15 ਦਿਨ ਬਾਅਦ ਅਸੀਂ ਟੈਸਟ ਕਰਨ ਵਾਸਤੇ ਆਏ ਤੇ ਡਾਕਟਰ ਨੇ ਚੈੱਕ ਕੀਤਾ ਤੇ ਡਾਕਟਰ ਨੇ ਸਾਨੂੰ ਗੁੱਡ ਨਿਊਜ਼ ਦਿੱਤੀ ਕਿ ਤੁਹਾਡੇ ਦੋਵੇਂ ਜਿਹੜੇ ਐਮਬਰੀਓ ਆਪਾਂ ਰੱਖੇ ਸੀਗੇ ਉਹ ਦੋਵੇਂ ਬੇਬੀ ਗਰੋ ਹੋ ਗਏ ਨੇ। ਸੋ ਉਹ ਸਾਡੇ ਲਈ ਇੱਕ ਐਸੀ ਖੁਸ਼ੀ ਸੀਗੀ। ਉਹ ਮਤਲਬ ਅਸੀਂ ਸਾਰਾ ਕੁਝ ਪੁਰਾਣਾ ਭੁੱਲ ਗਏ। 5.5 ਮਹੀਨੇ ਹੋਏ ਜਦੋਂ ਤੇ ਇੱਕ ਦਿਨ ਮੈਂ ਇਦਾਂ ਹੀ ਘਰ ਆਇਆ ਤੇ ਮੇਰੇ ਵਾਈਫ ਕਹਿੰਦੇ ਕਿ ਮੈਂ ਮੇਰੇ ਅੱਜ ਪੂਰਾ ਦਿਨ ਮੈਨੂੰ ਬਾਥਰੂਮ ਨਹੀਂ ਆਇਆ। ਤੇ ਮੈਨੂੰ ਕਿਹਾ ਕਿ ਚਲੋ ਕੋਈ ਗੱਲ ਨਹੀਂ ਕਿ ਤੁਸੀਂ ਵੇਟ ਕਰੋ, ਆਪਾਂ ਹੁਣ ਸਵੇਰੇ ਜਾਣਾ ਹੀ ਹੈ ਡਾਕਟਰ ਦੇ ਕੋਲ ਤੇ ਆਪਾਂ ਜਾ ਕੇ ਤੇ ਉਹਨੂੰ ਦੱਸ ਦਿਓ ਤੁਸੀਂ ਵੀ ਕੀ ਪ੍ਰੋਬਲਮ ਹੈ। ਤੇ ਕਹਿੰਦੇ ਚਲੋ ਠੀਕ ਆ ਤੇ ਮੈਂ ਫਿਰ ਆਪਾਂ ਸੁਣਨੇ ਆ ਹੁਣ ਤੇ ਫਿਰ ਮੈਂ ਸਵੇਰੇ ਮੈਂ ਡਾਕਟਰ ਨੂੰ ਦੱਸ ਦਾਂਗੀ। ਸੋ ਇਸੇ ਤਰ੍ਹਾਂ ਕਰਦੇ ਕਰਦੇ ਰਾਤ ਦੇ 2 ਵਜੇ ਉਸੇ ਰਾਤ ਤੇ 2 ਵਜੇ ਇਹਨਾਂ ਨੂੰ ਬਾਥਰੂਮ ਆਇਆ ਬਹੁਤ ਤੇਜ਼। ਇਹ ਇੱਕਦਮ ਉੱਠੇ ਤੇ ਬਾਥਰੂਮ ਗਏ ਤੇ ਬਾਥਰੂਮ ਜਿੱਦਾਂ ਹੀ ਗਏ ਤੇ ਇਹਨਾਂ ਨੂੰ ਪੂਰੇ ਪ੍ਰੈਸ਼ਰ ਦੇ ਵਿੱਚ ਬਾਥਰੂਮ ਆਇਆ। ਬਾਥਰੂਮ ਪ੍ਰੈਸ਼ਰ ਦੇ ਵਿੱਚ ਕਰਨ ਤੋਂ ਬਾਅਦ ਇਹ ਅੰਦਰ ਆਏ ਤੇ ਕਹਿੰਦੇ ਕਿ ਹੁਣ ਮੈਂ ਰਿਲੀਫ ਹਾਂ ਕਿ ਮੇਰਾ ਸਵੇਰ ਦਾ ਮੇਰਾ ਬਾਥਰੂਮ ਰੁਕਿਆ ਹੋਇਆ ਸੀਗਾ ਤੇ ਹੁਣ ਮੈਂ ਠੀਕ ਹਾਂ। ਇਹ ਸੁੱਤੇ ਨੇ। ਸਵੇਰੇ ਅਸੀਂ ਉੱਠੇ ਹਾਂ, ਅਪਾਇੰਟਮੈਂਟ ਤੇ ਗਏ ਹਾਂ। ਉਹ ਸਾਰਾ ਬੇਬੀਜ਼ ਦੇ ਪਹਿਲਾਂ ਅਪਾਇੰਟਮੈਂਟ ਸੀਗੇ, ਉਹਨਾਂ ਚੈੱਕ ਕੀਤਾ। ਉਹ ਕਹਿੰਦੇ ਕਿ ਇੱਕ ਬੇਬੀ ਟਰਨ ਨਹੀਂ ਕਰ ਰਿਹਾ ਇੱਕ ਪਾਸੇ ਨੂੰ, ਕਿ ਜਿਹਦੇ ਕਰਕੇ ਉਹਦਾ ਆਪਾਂ ਫਰੰਟ ਦਾ ਨਹੀਂ ਲੈ ਪਾ ਰਹੇ ਤੇ ਪਿੱਛੋਂ ਉਹਦਾ ਆਪਾਂ ਲੈ ਲਿਆ ਆਪਣਾ ਪਾਰਟਸ ਸਾਰਿਆਂ ਦੀ ਅਲਟਰਾਸਾਊਂਡ ਕਰ ਲਿਆ ਪਰ ਪਿੱਛੋਂ ਨਹੀਂ ਲੈ ਪਾ ਰਹੇ। ਤੇ ਤੁਸੀਂ ਇੱਦਾਂ ਕਰਿਓ ਕਿ ਨੈਕਸਟ ਵੀਕ ਦੀ ਦੁਬਾਰਾ ਅਪਾਇੰਟਮੈਂਟ ਲੈ ਕੇ ਤੁਸੀਂ ਆ ਜਾਓ, ਇੱਕ ਬੇਬੀ ਦਾ ਦੁਬਾਰਾ ਅਲਟਰਾਸਾਊਂਡ ਕਰਾਂਗੇ। ਤੇ ਇਸੇ ਤਰ੍ਹਾਂ ਅਗਲੀ ਅਪਾਇੰਟਮੈਂਟ ਸੀਗੀ, ਇਹਨੇ ਗਾਇਨੇਕੋਲੋਜਿਸਟ ਦੀ। ਉਹਨਾਂ ਨੂੰ ਦੱਸਿਆ ਕਿ ਮੈਨੂੰ ਇੱਦਾਂ ਕੱਲ ਬਾਥਰੂਮ ਆਇਆ। ਉਹਨਾਂ ਨੇ ਚੈੱਕ ਕੀਤਾ, ਕਹਿੰਦੇ ਕੋਈ ਗੱਲ ਨਹੀਂ, ਉਹ ਵੈਸੇ ਕਈ ਵਾਰੀ ਆ ਜਾਂਦਾ, ਇੱਦਾਂ ਹੋਇਆ, ਕੋਈ ਗੱਲ ਨਹੀਂ। ਤੇ ਉਹਨਾਂ ਥੋੜੀ ਦੇਰ ਬਾਅਦ ਸਾਨੂੰ ਲਿਆ, ਅਸੀਂ ਅਲਟਰਾਸਾਊਂਡ ਦੇ ਅੰਦਰ ਗਏ ਤੇ ਅਲਟਰਾਸਾਊਂਡ ਉਹਨਾਂ ਨੇ ਰੂਮ 'ਚ ਲੈ ਕੇ ਗਏ ਸਾਨੂੰ। ਜਿੱਦਾਂ ਹੀ ਉਹ ਵਾਈਫ ਦਾ ਅਲਟਰਾਸਾਊਂਡ ਕਰਨਾ ਸ਼ੁਰੂ ਹੋਈ ਤੇ ਉਹਨੇ ਵੇਖਿਆ ਤੇ ਇੱਕਦਮ ਲਾਈਕ ਉੱਥੋਂ ਕੁਰਸੀ ਤੋਂ ਉੱਠ ਗਈ ਤੇ ਕਹਿੰਦੀ ਓਕੇ ਵੇਟ ਕਰੋ, ਮੈਂ ਹੁਣੇ ਆ ਰਹੀ ਵਾਪਸ। ਉਹ ਗਈ ਤੇ ਡਾਕਟਰ ਨੂੰ ਲੈ ਕੇ ਆ ਗਈ ਤੇ ਉਸ ਤੋਂ ਬਾਅਦ ਡਾਕਟਰ ਆਈ, ਉਹਨੇ ਆ ਕੇ ਤੇ ਇਹਨਾਂ ਦਾ ਯੂਰਿਨ ਟੈਸਟ ਲਿਆ ਤੇ ਉਹ ਕਹਿੰਦੇ ਕਿ ਯੂ نو ਵਾਟ ਕਿ ਜਿਹੜਾ ਤੁਹਾਡਾ ਟੈਸਟ ਅਸੀਂ ਕੀਤਾ ਸੀ, ਅਸੀਂ ਇਹ ਫਾਈਂਡ ਆਊਟ ਕਰਨਾ ਚਾਹੁੰਦੇ ਸੀ ਕਿ ਜਿਹੜਾ ਤੁਸੀਂ ਦੱਸ ਰਹੇ ਸੀਗੇ ਕਿ ਤੁਹਾਨੂੰ ਬਾਥਰੂਮ ਆਇਆ ਸੀਗਾ ਕੱਲ ਰਾਤੀ, ਕਿ ਉਹ ਵਾਟਰ ਬ੍ਰੇਕ ਹੋਇਆ ਸੀਗਾ ਕਿ ਜਾਂ ਤੁਹਾਡਾ ਬਾਥਰੂਮ ਸੀਗਾ। ਕਹਿੰਦੇ ਉਹਨਾਂ ਨੇ ਜਦੋਂ ਚੈੱਕ ਕੀਤਾ ਤੇ ਕਹਿੰਦੇ ਨਹੀਂ, ਉਹ ਤੁਹਾਡਾ ਵਾਟਰ ਬ੍ਰੇਕ ਹੋ ਗਿਆ। ਤੇ ਅਸੀਂ ਓਕੇ ਸੋ ਵਾਟ, ਫਿਰ ਕੀ ਹੋਇਆ? ਤੇ ਉਹ ਕਹਿੰਦੇ ਕਿ ਉਹ ਵਾਟਰ ਬ੍ਰੇਕ ਦਾ ਮਤਲਬ ਇਹ ਹੈ ਕਿ ਸਾਡੀ ਲੈਂਗੁਏਜ ਦੇ ਵਿੱਚ ਉਹ ਤੁਹਾਡਾ ਮਿਸਕੈਰੇਜ ਹੋ ਗਿਆ। ਅਸੀਂ ਕਿਹਾ ਮਿਸਕੈਰੇਜ ਹੋ ਗਿਆ, ਇੱਦਾਂ ਕਿੱਦਾਂ ਤੁਸੀਂ ਕਹਿ ਰਹੇ ਹੋ ਕਿ ਮਤਲਬ ਸਾਰਾ ਕੁਝ ਸਹੀ ਚੱਲ ਰਿਹਾ, ਕਿੰਨਾ ਟਾਈਮ ਹੋ ਗਿਆ ਆ, 5.5 ਮਹੀਨੇ ਹੋ ਗਏ ਆ, ਕੁਛ ਮਹੀਨਿਆਂ ਦੀ ਗੱਲ ਰਹਿ ਗਈ ਆ ਤੇ ਤੁਸੀਂ ਕਹਿ ਰਹੇ ਹੋ ਮਿਸਕੈਰੇਜ ਹੋ ਗਿਆ, ਇੱਦਾਂ ਕਿੱਦਾਂ ਹੋ ਸਕਦਾ? ਇੱਕਦਮ ਲਾਈਕ ਇਹ ਚੀਜ਼ ਸਾਡੇ ਲਈ ਬੜੀ ਅਜੀਬ ਸੀਗੀ ਕਿ ਅਸੀਂ ਖੁਸ਼ੀਆਂ ਮਨਾ ਰਹੇ ਹਾਂ, ਤੁਸੀਂ ਸਾਨੂੰ ਇਹ ਚੀਜ਼ ਕਹਿ ਰਹੇ ਹੋ ਕਿ ਬੇਬੀ ਰਿਮੂਵ ਕਰਨਾ ਪਏਗਾ। ਔਰ ਉਹ ਚੀਜ਼ ਬੜੀ ਮੁਸ਼ਕਿਲ ਸੀਗੀ। ਔਰ ਕੁਛ ਸਮਾਂ ਬੀਤਣ ਤੋਂ ਬਾਅਦ ਉੱਥੇ ਫਿਰ ਹੋਰ ਡਾਕਟਰਸ ਆਏ, ਮਤਲਬ ਉਹ ਸਾਨੂੰ ਉਹ ਚੀਜ਼ ਅੰਡਰਸਟੈਂਡ ਕਰਾਉਣਾ ਚਾਹ ਰਹੇ ਸੀਗੇ ਕਿ ਤੁਹਾਨੂੰ ਇਹ ਚੀਜ਼ ਨੂੰ ਐਕਸੈਪਟ ਕਰਨਾ ਪਏਗਾ। ਉਹ ਇਸ ਕਰਕੇ ਕਰਨਾ ਪਏਗਾ ਕਿ ਜਿੰਨਾ ਟਾਈਮ ਉਹ ਬੇਬੀਜ਼ ਤੁਹਾਡੇ ਅੰਦਰ ਰਹਿਣਗੇ ਉਹ ਤੁਹਾਨੂੰ ਪ੍ਰੋਬਲਮ ਕ੍ਰੀਏਟ ਕਰ ਸਕਦੇ ਆ। ਤੁਹਾਡੀ ਬਾਡੀ ਦੇ ਅੰਦਰ ਜ਼ਹਿਰ ਫੈਲ ਸਕਦਾ, ਤੇਰਾ ਯੂਟਰਸ ਖਰਾਬ ਹੋ ਸਕਦਾ। ਇੱਕ ਸਮੇਂ ਦੇ ਉੱਤੇ ਸਾਨੂੰ ਤੇਰਾ ਯੂਟਰਸ ਬਾਹਰ ਕੱਢਣਾ ਪਏਗਾ। ਇਹ ਰੋਣਾ ਸ਼ੁਰੂ ਹੋ ਗਈ ਉੱਥੇ, ਬਹੁਤ ਬੁਰਾ ਹਾਲ ਕਿ ਸਾਨੂੰ ਇਹ ਰਿਮੂਵ ਕਰਨੇ ਪੈਣਗੇ ਬੱਚੇ। ਸਾਡੇ ਲਈ ਉਹ ਚੀਜ਼ ਕਿੱਦਾਂ ਦੀ ਸੀਗੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਉਹ ਸਮਾਂ, ਉਹ ਟਾਈਮ। ਸੋ ਸਾਨੂੰ 3 ਦਿਨ ਬਾਅਦ ਸਾਨੂੰ ਇਹ ਚੀਜ਼ ਨੂੰ ਡਿਸਾਈਡ ਕਰਨਾ ਪਿਆ ਕਿ ਓਕੇ ਅਸੀਂ ਰੈਡੀ ਹਾਂ। ਵਾਈਫ ਨੂੰ ਮੈਂ ਸਮਝਾਇਆ, ਫੈਮਿਲੀ ਨੇ ਸਮਝਾਇਆ, ਸਾਰਾ ਕੁਝ ਕੀਤਾ, ਡਾਕਟਰਸ ਨੇ ਸਮਝਾਇਆ ਕਿ ਤੂੰ ਇਹ ਬੇਬੀਜ਼ ਨੂੰ ਰਹਿਣ ਦੇ, ਤੂੰ ਅੱਗੋਂ ਆਪਣੇ ਬੇਬੀਜ਼ ਦਾ ਪਲਾਨ ਕਰ, ਇਸ ਚੀਜ਼ ਨੂੰ ਨਾ ਉਹ ਕਰ। ਇਸੇ ਤਰ੍ਹਾਂ ਜਦੋਂ ਅਸੀਂ ਇੰਨਾ ਟਰੀਟਮੈਂਟ ਲਿਆ, ਇੰਨੇ ਡਾਕਟਰ ਚੇਂਜ ਕੀਤੇ, ਇੰਡੀਆ ਦੇ, ਅਮਰੀਕਾ ਦੇ, ਇੰਨਾ
ਇੰਨੀ ਮੈਡੀਸਨਸ ਟ੍ਰੀਟਮੈਂਟ ਇੰਨੇ ਡਾਕਟਰ ਚੇਂਜ ਕਰਨ ਤੋਂ ਬਾਵਜੂਦ ਵੀ ਫਿਰ ਅਸੀਂ IUI ਕਰਾਈ 3 ਟਾਈਮ, 2 ਟਾਈਮ ਅਸੀਂ IVF ਕਰਾਏ, ਸਾਰਾ ਕੁਝ ਅਨਸਕਸੈਸ ਰਿਹਾ। ਮਿਸਕੈਰੇਜ ਤੋਂ ਬਾਅਦ ਇੱਕਦਮ ਇੱਦਾਂ ਲੱਗਣ ਲੱਗ ਗਿਆ ਕਿ ਜਿੱਦਾਂ ਮਤਲਬ ਹੁਣ ਲਾਈਫ ਖਤਮ ਹੈ। ਮੈਨੂੰ ਇੱਦਾਂ ਲੱਗਦਾ ਸੀ ਕਿ ਜਿੱਦਾਂ ਮੇਰੇ ਤੋਂ ਸਾਰਾ ਕੁਝ ਜਿੱਦਾਂ ਛਿਨ ਗਿਆ, ਚਲਾ ਗਿਆ ਮੇਰੀ ਜ਼ਿੰਦਗੀ 'ਚੋਂ। ਅਤੇ ਮਤਲਬ ਮੇਰੇ ਕੋਲ ਬਸ ਮੇਰਾ ਇੱਕ ਹਸਬੈਂਡ ਹੀ ਆ। ਮੈਂ ਇੱਕ ਵੀ ਮਿੰਟ ਮਤਲਬ ਉਹਨਾਂ ਨੂੰ ਆਪਣੇ ਤੋਂ ਅਲੱਗ ਨਹੀਂ ਰਹਿਣ ਦਿੰਦੀ ਸੀ। ਇੰਨਾ ਜ਼ਿਆਦਾ ਅਪਸੈਟ ਹੋ ਗਏ ਸੀ ਲਾਈਫ 'ਚ। ਮੈਂ ਜੌਬ ਛੱਡ ਦਿੱਤੀ। ਮੈਨੂੰ ਹੁੰਦਾ ਸੀ ਕਿ ਮਤਲਬ ਮੈਂ ਕਿਸੇ ਨੂੰ ਫੇਸ ਨਹੀਂ ਕਰ ਸਕਦੀ ਸੀ। ਮੇਰੇ ਨਾਲ ਕੋਈ ਅਫਸੋਸ ਨਾ ਕਰੇ, ਮੇਰੇ ਨਾਲ ਕੋਈ ਗੱਲ ਨਾ ਕਰੇ। ਮੈਂ ਕਿਸੇ ਨਾਲ ਗੱਲ ਕਰਨਾ ਪਸੰਦ ਨਹੀਂ ਕਰਦੀ ਸੀ। ਉਸ ਮਹੀਨੇ ਇੱਕ ਦਿਨ ਇੱਦਾਂ ਹੀ ਅਸੀਂ ਬਾਹਰ ਲਿਵਿੰਗ ਰੂਮ 'ਚ ਮੈਂ ਔਰ ਮੇਰੀ ਵਾਈਫ ਬੈਠੇ ਸੀਗੇ, ਘਰੇ ਸੀ। YouTube ਆਪਾਂ ਜਿੱਦਾਂ ਹੀ ਲਾਈਕ TV ਔਨ ਕੀਤਾ, YouTube ਚੱਲੀ ਉਹਦੇ ਉੱਤੇ TV 'ਤੇ। ਸੋ ਉਹਦੇ 'ਤੇ ਇੱਕ ਟੈਸਟਮਨੀ ਚੱਲ ਰਹੀ ਸੀਗੀ ਕਿ ਕੋਈ ਲੇਡੀ ਆਪਣੀ ਟੈਸਟਮਨੀ ਦੇ ਰਹੀ ਸੀਗੀ ਕਿ ਮੈਂ ਮੇਰੇ ਇੰਨੇ ਸਾਲ ਬਾਅਦ ਬੇਬੀ ਹੋਇਆ, ਇੱਦਾਂ ਮੈਂ ਇਸ ਚੀਜ਼ ਦੇ ਵਿੱਚੋਂ ਨਿਕਲੀ। ਅਤੇ ਅਸੀਂ ਉਹ ਟੈਸਟਮਨੀ ਨੂੰ ਸੁਣ ਕੇ ਬੜਾ ਲਾਈਕ ਹੋਏ ਕਿ ਇਹ ਕਿੱਥੋਂ ਦੀ ਟੈਸਟਮਨੀ, ਕਿਹਦੀ ਟੈਸਟਮਨੀ ਹੈ। ਜਿੱਦਾਂ ਅਸੀਂ ਉਹਨੂੰ ਸੁਣਨਾ ਸ਼ੁਰੂ ਕੀਤਾ ਅਤੇ ਸੁਣਦੇ ਅਗਲੀ ਟੈਸਟਮਨੀ ਸੁਣੀ, ਉਹ ਵੀ ਬੇਬੀ ਦੀ। ਫਿਰ ਉਸ ਤੋਂ ਅਗਲੀ ਸੁਣੀ, ਉਹ ਵੀ ਬੇਬੀ ਦੀ। ਉਹ ਟੈਸਟਮਨੀ ਹੈ ਜਿੱਦਾਂ ਸੁਣਦੇ ਸਾਨੂੰ ਪਤਾ ਲੱਗਾ ਕਿ ਅੰਕੁਰ ਨੂਲਾ ਮਰੀਸ਼ੀ ਦੀਆਂ ਚਰਚ ਦੀਆਂ ਟੈਸਟਮਨੀਜ਼ ਨੇ। ਔਰ ਇਹ ਖੁਦਾ ਨੇ ਇਹਨਾਂ ਲੋਕਾਂ ਦੀ ਲਾਈਫ ਦੇ ਵਿੱਚ ਇੰਨੇ ਵੱਡੇ ਕੰਮ ਕੀਤੇ ਨੇ। ਕਿਸੇ ਦੇ 10 ਸਾਲ ਬਾਅਦ ਬੇਬੀ ਹੋਇਆ, ਕਿਸੇ ਦੇ 15 ਸਾਲ ਬਾਅਦ ਬੇਬੀ ਹੋਇਆ। ਉਸ ਸਮੇਂ ਸਾਨੂੰ ਇਸ ਚਰਚ ਦੇ ਬਾਰੇ ਪਤਾ ਲੱਗਾ। ਸੋ ਉਹ ਸੁਣਦੇ ਅਸੀਂ ਇੱਕ ਦਿਨ ਬੀਤ ਗਿਆ, 2 ਦਿਨ ਬੀਤ ਗਏ। ਫਿਰ ਪਤਾ ਲੱਗਾ ਸੰਡੇ ਨੂੰ ਮੀਟਿੰਗ ਇੰਨੇ ਵਜੇ ਸ਼ੁਰੂ ਹੁੰਦੀ ਆ। ਸੰਡੇ ਨੂੰ ਸਾਡੇ ਉੱਧਰ ਰਾਤੀ 12 ਵਜਦੇ ਸੀ ਅਤੇ ਇੱਧਰ ਸਵੇਰੇ ਮੀਟਿੰਗ ਸ਼ੁਰੂ ਹੁੰਦੀ ਸੀ। ਅਤੇ ਅਸੀਂ ਪੂਰੀ ਰਾਤ ਸਵੇਰੇ 6 ਵਜੇ ਤੱਕ ਬਹਿ ਕੇ ਮੀਟਿੰਗ ਵੇਖਣੀ। ਬੜੇ ਐਕਸਾਈਟਡ ਹੋ ਗਏ ਸੀ ਉਸ ਮੀਟਿੰਗ। ਉਹ ਅਸੀਂ ਜਿੱਦਾਂ ਉਹ ਮੀਟਿੰਗ ਨੂੰ ਵੇਖਦੇ ਸੀ, ਜਿੱਦਾਂ ਸਰਮਨ ਸੁਣਦੇ ਸੀ, ਸਾਡੇ ਘਰ ਦੇ ਵਿੱਚ ਸਾਡੇ ਵਿੱਚ ਪੀਸ ਇੱਕ ਫੀਲ ਹੁੰਦਾ ਸੀਗਾ ਕਿ ਪੀਸ ਆਉਂਦਾ ਸੀਗਾ। ਸੋ ਇਸੇ ਤਰ੍ਹਾਂ ਮੈਂ ਆਪਣੀ ਵਾਈਫ ਨਾਲ ਸਲਾਹ ਕੀਤੀ ਕਿ ਆਪਾਂ ਇੰਡੀਆ ਚੱਲੀਏ, ਆਪਾਂ ਅਪੋਸਟਲ ਜੀ ਨੂੰ ਮਿਲ ਕੇ ਆਉਂਦੇ ਹਾਂ। ਇਸੇ ਦੌਰਾਨ ਫਿਰ ਅਸੀਂ ਦਸੰਬਰ 8 ਤਰੀਕ ਦੀਆਂ ਸਾਡੀਆਂ ਫਲਾਈਟ ਸੀਗੀਆਂ ਉੱਥੋਂ ਆਉਣ ਲਈ। ਸੋ ਅਸੀਂ ਫਲਾਈਟ ਲਈ ਦਸੰਬਰ 8 ਤਰੀਕ ਨੂੰ ਅਸੀਂ ਇੱਥੇ ਇੰਡੀਆ ਆ ਗਏ। ਸੋ ਸਾਡੀ 30 ਦਿਨ ਦਾ ਵੀਜ਼ਾ ਸੀਗਾ ਸਾਡੇ ਕੋਲ ਇੰਡੀਆ ਦਾ। ਸੋ ਉਸ 30 ਦਿਨ ਦੇ ਵਿੱਚ ਅਸੀਂ ਕਿਸੇ ਨਾਲ ਮਿਲੇ ਨਹੀਂ ਕਿਸੇ ਨੂੰ ਵੀ। ਸਿਰਫ ਅਸੀਂ ਥਰਸਡੇ ਐਂਡ ਸੰਡੇ ਚਰਚ ਆਉਂਦੇ ਰਹੇ। ਅਸੀਂ ਥਰਸਡੇ ਐਂਡ ਸੰਡੇ ਦੀਆਂ ਮੀਟਿੰਗਸ ਨੂੰ ਜਿੱਦਾਂ ਹੀ ਅਟੈਂਡ ਕਰਦੇ ਸੀਗੇ, ਸਾਨੂੰ ਇੱਥੇ ਬਹਿ ਕੇ ਇੰਨਾ ਪੀਸ ਮਿਲਦਾ ਸੀਗਾ ਚਰਚ ਦੇ ਵਿੱਚ। ਇੱਕ ਇੱਦਾਂ ਲੱਗਦਾ ਸੀਗਾ ਕਿ ਲਾਈਕ ਅਸੀਂ ਪਤਾ ਨਹੀਂ ਕਿੱਥੇ ਬੈਠੇ ਹਾਂ। ਸੋ ਇਸੇ ਦੌਰਾਨ ਜਨਵਰੀ 6, 2022 ਨੂੰ ਸਾਡੀ ਅਪੋਸਟਲ ਜੀ ਦੇ ਨਾਲ ਮੁਲਾਕਾਤ ਹੋਈ। ਸੋ ਜਿੱਦਾਂ ਹੀ ਮੁਲਾਕਾਤ ਹੋਈ ਅਸੀਂ ਆਫਿਸ ਦੇ ਅੰਦਰ ਐਂਟਰ ਹੋਏ ਅਤੇ ਇੱਦਾਂ ਅਸੀਂ ਸਾਰੀ ਗੱਲਬਾਤ ਉਹਨਾਂ ਨਾਲ ਡਿਸਕਸ ਕੀਤੀ, ਦੱਸਿਆ। ਸੋ ਉਹਨਾਂ ਨੇ ਕਿਹਾ ਕਿ ਡੋਂਟ ਵਰੀ, ਕੋਈ ਗੱਲ ਨਹੀਂ, ਮੈਂ ਪ੍ਰੇਅਰ 'ਚ ਰੱਖਾਂਗਾ, ਤੁਸੀਂ ਵੀ ਪ੍ਰੇਅਰ 'ਚ ਰਹਿਣਾ। ਔਰ ਉਸੇ ਦੌਰਾਨ ਉਹਨਾਂ ਨੇ ਬਾਈਬਲ ਦੇ ਉੱਤੇ ਗਿਫਟ ਕੀਤੀ ਮੇਰੇ ਵਾਈਫ ਨੂੰ ਬਾਈਬਲ, ਔਰ ਬਾਈਬਲ ਦੇ ਉੱਪਰ ਉਹਨਾਂ ਨੇ ਪ੍ਰੋਫੈਟਿਕ ਵਰਡਸ ਲਿਖ ਕੇ ਦਿੱਤੇ। ਸੋ ਇਸੇ ਦੌਰਾਨ ਅਸੀਂ ਸਾਡੀ ਜਨਵਰੀ 8 ਤਰੀਕ ਨੂੰ ਸਾਡੀ ਫਲਾਈਟ ਵਾਪਸ ਸੀਗੀ। ਸੋ ਜਨਵਰੀ 8 ਤਰੀਕ ਨੂੰ ਅਸੀਂ ਵਾਪਸ ਨਿਊਯਾਰਕ ਚਲ ਗਏ। ਜਿੱਦਾਂ ਹੀ ਅਸੀਂ ਵਾਪਸ ਗਏ, ਥੋੜ੍ਹਾ ਮਾਹੌਲ ਘਰ ਦਾ ਚੇਂਜ ਸੀਗਾ, ਸਾਡੇ ਅੰਦਰ ਪੀਸ ਸੀਗਾ। ਸੋ ਇੱਦਾਂ ਕਰਦੇ ਫੈਬਰਰੀ ਚੜ੍ਹ ਗਿਆ। ਸੋ ਫੈਬਰਰੀ ਚੜ੍ਹਿਆ ਅਤੇ ਫੈਬਰਰੀ ਦੇ ਵਿੱਚ ਸਟਾਰਟਿੰਗ 'ਚ ਮੇਰੇ ਵਾਈਫ ਕਹਿੰਦੇ ਕਿ ਮੈਨੂੰ ਇੱਦਾਂ ਕੋ ਲੱਗ ਰਿਹਾ ਕਿ ਮੈਂ ਪ੍ਰੈਗਨੈਂਟ ਆ। ਇਹਨਾਂ ਨੇ ਕੀ ਕੀਤਾ, ਟੈਸਟ ਕੀਤਾ। ਘਰੇ ਸਟ੍ਰਿਪ ਪਈ ਸੀ, ਕਹਿੰਦੇ ਅੱਜ ਮੈਂ ਨਾ ਕੱਲ੍ਹ ਸਵੇਰੇ ਉੱਠ ਕੇ ਅਤੇ ਮੈਂ ਫਰੈਸ਼ ਯੂਰੀਨ ਦੇ ਨਾਲ ਟੈਸਟ ਕਰਨਾ। ਇਹਨਾਂ ਨੇ ਜਦੋਂ ਟੈਸਟ ਕੀਤਾ ਉਹਦੇ ਉੱਤੇ ਲਾਈਨਾਂ ਜਿਹੜੀਆਂ ਪ੍ਰੈਗਨੈਂਸੀ ਵਾਲੀਆਂ ਆ ਗਈਆਂ। ਇਸੇ ਤਰ੍ਹਾਂ ਮੇਰੇ ਵਾਈਫ ਕਹਿੰਦੇ ਕਿ ਨਹੀਂ, ਮੈਨੂੰ ਅਜੇ ਵੀ ਯਕੀਨ ਨਹੀਂ ਹੋ ਰਿਹਾ। ਮੈਂ ਕਿਹਾ ਹੁਣ ਕੀ ਕਰਨਾ? ਅਤੇ ਕਹਿੰਦੇ ਮੈਂ ਅਲਟਰਾਸਾਊਂਡ ਕਰਾਉਣਾ। ਅਤੇ ਮੈਂ ਕਿਹਾ ਅੱਛਾ। ਉੱਥੇ ਵੀ ਜਦੋਂ ਅਸੀਂ ਪਹੁੰਚੇ ਅਤੇ ਉਹਨਾਂ ਨੇ ਅਲਟਰਾਸਾਊਂਡ ਸ਼ੁਰੂ ਕੀਤਾ ਅਤੇ ਮੈਂ ਉਹਨੂੰ ਕਿਹਾ ਕਿ ਬੇਬੀ ਹੈਗਾ? ਅਤੇ ਕਹਿੰਦੀ ਯੈਸ ਦੇਰ ਇਜ਼ ਅ ਬੇਬੀ। ਇੰਨਾ ਡਾਊਟਫੁਲ ਹੋਣ ਦੇ ਬਾਅਦ ਵੀ ਜਦੋਂ ਮੇਰਾ ਲਾਸਟ ਅਲਟਰਾਸਾਊਂਡ 'ਚ ਫਾਈਨਲ ਮੈਨੂੰ ਪਤਾ ਚੱਲਿਆ ਕਿ ਮੈਂ ਪ੍ਰੈਗਨੈਂਟ ਹਾਂ ਔਰ ਮੇਰੇ
ਮਤਲਬ ਬੇਬੀ ਹੈ ਅੰਦਰ, ਤੇ ਉਹ ਮੂਮੈਂਟ ਬੜਾ ਹੀ ਮਤਲਬ ਖੁਸ਼ੀ ਵਾਲਾ ਸੀ। ਇਸੇ ਦੌਰਾਨ ਮੈਰਿਜ ਦੇ 6 ਸਾਲ ਬਾਅਦ ਸਾਨੂੰ ਖੁਦਾ ਨੇ ਬੇਬੀ ਗਰਲ ਦੇ ਨਾਲ ਬਲੈਸ ਕੀਤਾ, ਜਿਹਦਾ ਜਨਮ ਸੈਪਟੈਂਬਰ 11 2022 ਦੇ ਵਿੱਚ ਹੋਇਆ। ਸੋ ਅਸੀਂ ਬਹੁਤ ਖੁਸ਼ ਹਾਂ। ਉਹ ਬੇਬੀ ਸਾਡਾ ਇੰਨਾ ਬਲੈਸ ਆ ਔਰ ਅਸੀਂ ਉਹਦੇ ਨਾਲ ਇੰਨੇ ਬਲੈਸ ਆ ਕਿ ਉਹਨੂੰ ਕੋਈ ਵੀ ਵੇਖਦਾ ਹੈ ਤੇ ਉਹ ਇਹੀ ਚਾਹੁੰਦਾ ਹੈ ਕਿ ਮੈਂ ਉਹਨੂੰ ਚੁੱਕ ਲਵਾਂ ਸਹੀ, ਉਹਨੂੰ ਮੈਂ ਫੜ ਲਵਾਂ ਸਹੀ। ਜਿਹੜੇ ਵੀ ਕਪਲਸ ਦੇ ਕੋਲ ਬੇਬੀ ਨਹੀਂ ਆ, ਔਰ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ, ਇਸ ਘਰ ਦੇ ਵਿੱਚ ਆਓ, ਇਸ ਖੁਦਾ ਦੇ ਦਾਸ ਦੇ ਕੋਲ ਆਓ, ਉਹਨਾਂ ਦੇ ਵਰਡਸ ਨੂੰ ਸੁਣੋ, ਔਰ ਤੁਸੀਂ ਉਹ ਦਿਨ ਦੂਰ ਨਹੀਂ ਆ, ਬਹੁਤ ਜਲਦੀ ਤੁਸੀਂ ਵੇਖੋਗੇ। ਅਸੀਂ ਜਿੱਦਾਂ ਲੇਟ ਹੋਏ ਆ, ਤੁਸੀਂ ਲੇਟ ਨਾ ਹੋਇਓ, ਛੇਤੀ ਆ ਜਾਓ। ਔਰ ਇਸ ਵੱਡੀ ਗਵਾਹੀ ਦੇ ਲਈ ਅਸੀਂ ਖੁਦਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਔਰ ਖੁਦਾ ਦੇ ਦਾਸ ਦਾ ਔਰ ਦਾਸੀ ਦਾ, ਜਿਨ੍ਹਾਂ ਦੀਆਂ ਦੁਆਵਾਂ ਦੇ ਨਾਲ ਇਹ ਸਾਨੂੰ ਬਲੈਸਿੰਗ ਮਿਲੀ ਆ। ਅਸੀਂ ਸਾਰਿਆਂ ਦਾ ਬਹੁਤ ਧੰਨਵਾਦ। अपोस्टल इस भाई का नाम गजानंद है और ये विलेज रिसोर्ट। ओके, इनको माइक देना। गजानंद, अपना नाम बताइए, कहाँ से आए हैं, किधर से? गजानंद रिसोर्ट, महाराष्ट्र से। ओके, क्या काम करते थे आप, क्या आपका प्रोफेशन था? मेरी किराना और भूसार की दुकान है पापा जी। ओके, अपना एड्रेस बता सकते हैं आप? हाँ जी, रिसोर्ट जिला वाशिम। और आपके घर का नंबर बता सकते हैं? दया करुणा निवास, दत्तनगर, हिंगोली रोड, रिसोर्ट। क्या नाम है घर का? दया करुणा। दया करुणा। हाँ जी। और गांव कौन सा? रिसोर्ट, रिसोर्ट। डिस्ट्रिक्ट? वाशिम, वाशिम। और स्टेट कौन सा? महाराष्ट्र। महाराष्ट्र। हाँ जी। तो पहले तो एड्रेस हो गया कि कल कोई जाके अपनी खुजली मिटाना चाहे तो मिटा सकता है। तो आगे चलेंगे, अभी टेस्टिमनी को सुनेंगे। अपोस्टल ये भाई को पिछले 10 साल से सोराइसिस नामक रोग हो गया था, जिसकी वजह से इनकी पूरी बॉडी के ऊपर जख्म बन गए थे और पूरी बॉडी के ऊपर इतनी जलन रहती थी। इनका ध्यान पहले तो नहीं था इस रोग के ऊपर, लेकिन जब ये रोग डे बाय डे बढ़ने लगा, इनकी स्किन के ऊपर दरारें पड़ने लग चुकी थी और स्किन में से ब्लड बाहर आना शुरू हो गया, स्किन से मांस झड़ना शुरू हो गया, स्किन गलनी शुरू हो चुकी, पूरी तरह से इनकी बॉडी जो थी वो काली पड़ चुकी थी और पूरी बॉडी के जो जॉइंट्स थे उनमें बहुत ज्यादा तकलीफ रहती थी। पूरी बॉडी जैसे अकड़ जाती थी और अपनी बॉडी को मूव नहीं कर पाते थे, हाथों को फोल्ड नहीं कर पाते थे, कपड़े नहीं पहन पाते थे और हर टाइम इनकी जो बीमारी थी डे बाय डे बढ़ने के कारण इनके बाल झड़ चुके थे, उठ बैठ नहीं पाते थे, पूरी तरह बेड के ऊपर चले गए थे और जिसकी वजह से कोई काम नहीं था, सारा काम। ओके, जब ये आप खुद अपने मुंह से बताओ, जब ये बीमारी बढ़ गया, आपने लिखा कि आपकी धड़कन बढ़ गई, जॉइंट्स पेन हो गई, मांस उतरना शुरू हो गया, तो लाइफ कैसी थी आप दोनों की? बहुत डिस्टर्ब में चला गया था पापा जी में। बहुत खराब लाइफ थी पापा जी हमारी, बहुत वैसे फाइनेंशियली भी और फिजिकली भी बहुत हम परिस्थिति ऐसी हो गई थी कि अब बता भी नहीं सकते कि हॉस्पिटल पे हॉस्पिटल चालू थे, खर्चा भी बढ़ रहा था, बीमारी का कोई इलाज भी नहीं बता रहे थे। डॉक्टर बोल रहे थे कि खाली तुम दवाई ले लो पर इसका कोई परमानेंट इलाज नहीं है। आपने लिखा कि आपके घर से 100 ग्राम 50 ग्राम मांस उतरता था जब ये बेड से उतरते थे सोकर। हाँ जी पापा जी। और रिश्तेदारों ने आना बंद कर दिया था। हाँ जी पापा जी। घर के सब लोगों ने आना जाना हाँ बंद कर जी दिया। पापा जी। क्यों बंद कर दिया? आप बताओ, आपके दिल पे क्या आता था जब लोग ऐसा होता था? तो ताकि उनको लगे कि इनकी बीमारी हमारे अंदर ना आ सके, इसकी वजह से वो आना छोड़ दे रहे थे और आपके पास नहीं आते थे। हाँ नहीं। आपकी वाइफ की क्या हालत थी जब वो आपको ऐसा देखती थी? तो वाइफ उन्होंने तो मुझे बहुत संभाला। मैं बहुत रोती थी पापा जी कि अभी पता नहीं कैसे होगा, लेकिन जो है अभी इस परिस्थिति में उनका साथ तो देना ही है, क्योंकि रिश्तेदारों ने तो छोड़ दिया था, सबने छोड़ दिया था, फिर मैं कैसे छोड़ सकती थी उनको।
इंडियन वाइफ्स, हाँ। तो कैसे मिनिस्ट्री के बारे में मालूम हुआ, कैसे प्रभु के बारे में मालूम हुआ आपको? हमें एक पास्टर जी ने बताया था, वो लेके आए थे यहाँ पे मिनिस्ट्री में। ओ, पास्टर लेके आए खुद। अपोस्टल जी, इस बीमारी के कारण इन्होंने 20 से 25 बड़े बड़े हॉस्पिटल भी चेंज करके देख लिए थे। ओके, कहाँ हॉस्पिटल में? महाराष्ट्र में गए थे? हाँ, महाराष्ट्र में ही कौन गए थे। कौन कौन से जगह पे गए वहां पे? बहुत, वहाँ पे संभाजी नगर है, बॉम्बे है, हाँ। नागपुर, वर्धा, जो भी कहीं कोई बताता वहाँ पे जाके आते थे। और कितने डॉक्टर चेंज किए टोटल? 20 से 25 डॉक्टर चेंज किए। और आपने लिखा फाइनेंशियली भी आप लो हो गए थे बहुत। हाँ। फिर काम कैसे करते थे? काम धंधा कैसे चलता था अगर इतना बुखार रहता था? आपने लिखा यहाँ पे। नहीं, ये तो घर पे ही रहते थे, मैं चली जाती थी हमारे शॉप पे। ओह अच्छा, आप जाते थे शॉप पे। ओह जीसस। आप क्या बोलना चाहते हैं भाई? परमेश्वर बहुत महान है पापा जी। आपसे ले हैंड हुई तो मैं पूरे रीति से फ्री हो गया। अभी वो ले हैंड, अच्छा, आपको जब आपने मिनिस्ट्री के बारे में आपको मालूम हुआ, आपको पास्टर लोग यहाँ पे लेके आए थे, हाँ जी पापा जी। फिर आपका विश्वास बढ़ा और आपने व्हाइट कार्ड बनवाकर ले हैंड वाला रजिस्ट्रेशन करवाया। हाँ जी पापा जी। और उस दिन 2.5 महीने पहले इनका ले हैंड हुआ था, उस वीडियो को हम देखेंगे। कब से ये कब से है? पापा जी 10 साल से। टांगे देखो, टांगे दिखाओ उसको। तेरा मसाइस एनु वाणे इस कोड तो एनु बचावे। Psoriasis, come out! नवी जिंदगी यहोवा दिलावे, तेरा वचन यीशु रब नाल जोड़दा, तेरा मसा यीशु बदनानु थोड़। जब आप पे ले हैंड हुआ, क्या हुआ आपके साथ? मैं हल्का सा महसूस किया उस टाइम से। उस टाइम हल्का महसूस हुआ? हाँ जी पापा जी। उसके बाद फिर क्या हुआ? फिर हीलिंग पे हीलिंग मेरी स्टार्ट होनी चालू हो गई। आ जाओ। रूहे खुदा जब पाया, एक ही नारा लगाया। खोलो खोलो खोलो, शर्ट खोल दो। ओह जीसस। पेट दिखा, पीछे से दिखाओ, बिल्कुल पीछे से जाओ, पीछे दिखाओ बिल्कुल, ताकि पूरा आदमी नजर आए कि वही आदमी। हालेलुया। ऐसे करो, ऐसे करो, रगड़ो रगड़ो इस पे। खुदा जब टांगे दिखाना पहले, जब दिखाओ जरा टांग को, ले हैंड टाइम, क्योंकि ये टांग इतनी गली हुई थी कि स्मेल आ रही थी। नीचे जाओ, नीचे जाओ। हाँ डॉक्टर, अब देखो, जोर से जीसस का नाम लो। डॉक्टर जीसस, थैंक यू जीसस। इनका एड्रेस आपके पास है, तसल्ली करनी हो घर में जाओ, चाय पानी पियो, तसल्ली करो, देखो कि वाकई जीसस ने किया है। अगर किया है तो दंडवत करो उसके सामने और खुदावंद को अपना उद्धार करता ग्रहण करो। और आमीन ऊंचे वाला चाहिए चर्च।
जैसे कि हम बाइबल में देखते हैं, परमेश्वर ने अपने दास अलीशा के द्वारा नामान कोढ़ी को चंगा किया, वैसे ही परमेश्वर आज भी अपने मिरेकल को रिपीट करने वाला परमेश्वर है। उसी रीति से परमेश्वर ने इस बहन के जीवन में कार्य किया और इस बहन को सोरायसिस नामक भयानक चमड़ी के रोग से चंगा किया। इस बहन को माइक दे। और इनकी बेटी है साथ में कौन है? बेटी है और बेटा है, छोटी और बहन है। छोटी बहन है, ओके। आप बताइए आपका नाम क्या था, आपकी टेस्टिमनी कैसे शुरुआत हुई, बीमारी की क्या था, आप बताओ। मेरा नाम अनीता है, मैं कोलकाता से हूँ और ये रोग 8 साल से था और मैं काफ़ी मतलब कि पहले एलर्जी होता था, मतलब ठंड लगने से बहुत ज़्यादा एलर्जी हो जाता था, पर ये सब कुछ नहीं हुआ। काफ़ी साल पहले जब मैं खाना खाने बैठी पापा के घर में, अचानक मैं चावल जब मिक्स कर रही थी हाथ से, बस मेरा नील निकल गया और बेसिन में जैसे हाथ धुलने गई तो नील निकल गया। तो जब बहुत ज़्यादा जलन हो रही थी तो रोने लगी, तो पापा बोले क्या हुआ, सब ठीक हो जाएगा, चिंता मत करो। तो पापा लोग तो मसीह परिवार में थे, फिलहाल तो हम जहाँ पे मेरा शादी पापा लोग कराए उन लोग मसीह परिवार में नहीं है। फिर भी पापा बहन लोग बोलती थी, छोटी बहन मसीह पर तो बोलती थी परमेश्वर को मानोगी तो सब ठीक हो जाएगा। फिलहाल मेरी बहन मेरी बेटी वहीं रहती थी, छोटी बेटी। ओके, इस फोटो को हम जूम करेंगे। जब इनका आपका रोग आपने चेक करवाया तो क्या था ये मेडिकल भाषा में? डॉक्टर ने आके कहा सोराइसिस है। तो और इसका इलाज क्या है? इसका इलाज डॉक्टर ने कहा कि ये सारा जिंदगी ऐसी रहेगा और ये भी बताया कि आप काफ़ी टेस्ट करवाओ, तो किडनी टेस्ट करवाएं और शुगर टेस्ट करवाएं और यहाँ और क्या लिखा है इसमें? अपोस्टल जी, इनकी जो स्किन थी हर रोज मांस उसमें से उतरना शुरू हुआ। मांस उतरता था? हाँ। तो सफाई कौन करता था? सफाई छोटी बेटी करती थी। ये बेटी करती थी? हाँ। ये छोटी बेटी। और क्या फेस करते थे, क्या लिखा है टेस्टिमनी में? अपोस्टल जी, जब पहले इनका एक नाखून उतरा, धीरे धीरे उस चमड़ी के रोग के कारण इनके सारे नाखून जो थे वो उतरने शुरू हो चुके थे और इनके बच्चे मुट्ठियां भर भर के बेड से इनका मांस जो था वो इकट्ठा करते थे। डॉक्टर ने बताया कि जब ब्लड टेस्ट हुए उन्होंने बताया सोराइसिस नाम का रोग हो गया, इसका कोई इलाज नहीं है, मेडिसिन खाओ, लेकिन कोई हल इनको कुछ नहीं मिलता था। डे बाय डे ये रोग इतना बढ़ गया था कि इनको अलग रूम में आइसोलेट कर दिया गया था। एक कमरे में इनको बंद करके रखते थे, गंदी स्मेल आती थी और लोग इनके पास जब आते थे इनको देख के वो बाहर से ही, कमरे के बाहर से ही बाहर चले जाते थे, इनको देखना भी पसंद नहीं करते थे। धीरे धीरे ये बहन की हालत खराब होती गई और टोटली बच्चे, ये बेटी सफाई रखती थी आपके रूम की। हाँ। उस समय क्या कंडीशन थी, खुल के बताओगे? आप तो निकली हैं उस पोजीशन से, कैसा महसूस होता था, क्या होता था? बहुत जलन भी होती थी, दर्द भी होती थी। हम इन लोग को दूर भी करते थे कि मेरे पास मत आओ, क्योंकि सभी लोग बोलते हैं कि वो छूत का रोग हो गया, डॉक्टर भी बोलते हैं और फिर परिवार के भी लोग, मेरे ससुराल के लोग बोलते हैं ऐसी भोग के मरेगी, ये है वो है, बहुत कुछ। तो बच्चे लोग को दूर करते थे, पर इन लोग जितना आते थे उतना ही क्यों रो रहा है बेटा? लिपट के बहुत प्यार करते थे दोनों बच्चे। और अपोस्टल जी, इनकी छोटी बेटी इनको डायपर लगाती थी, डायपर चेंज भी करती थी। ओके, डायपर भी लग गए थे आपको? जी, जितना वो सफाई करना, डायपर चेंज करना, ये बेटा कपड़ा धुलना, नहलाना, दवा लगाना, पूरे पीठ उठ में सब पूरे बॉडी में दवा लगाते थे दोनों बच्चे। बेटा डायपर तू चेंज करती थी मम्मा के? यस पापा जी। वाओ। तू बेटा रो क्यों रहा है? क्या बोलते थे तेरे दोस्त लोग, क्या बोलते थे? मम्मी को पता था मम्मी बीमार है? नहीं। उसके दोस्त को पता था बेटा? तेरे दोस्त को मालूम था? हाँ। तो कोलकाता कहाँ पे रहते हो? गार्डन रीच डग जो है जहाँ जहाज बनती है पानी के, वहीं। और जो डायपर लगाते थे, क्यों लगाते थे डायपर? वो यूरिन पास हो जाता था, लूज मोशन, अचानक मैं दवा खाती थी, लूज मोशन हो जाता था, तो डायपर लगा के रखने पड़ते थे। हाँ। और स्किन उतरती थी, बेटी साफ करती थी रूम सारा। दो लोग साफ करते थे। जो स्किन उतरती थी, वो स्मेल रहती थी, किससे मिलते नहीं थे, आइसोलेट कर दिया, अलग कर दिया था आपको।
और अफसल लोग इनको ताने देते थे कि तू ऐसे ही इसी बीमारी में मर जाएगी। 20 डॉक्टर चेंज करके देखे, 8 साल इलाज करवा के देख लिया। और ये बहन रेलवे में सरकारी नौकरी करते थे, उसी बीमारी के कारण वो जॉब भी इनकी छूट गई थी, काम पे भी बिल्कुल नहीं जा पाते थे। और इन्होंने 2 बार सुसाइड करने की कोशिश करी क्योंकि इतना ज्यादा दुखी हो चुके थे। ट्रेन के नीचे आके फिर गहरे पानी में छलांग लगा के मरने की कोशिश करी। फिर इनके एक विश्वासी सिस्टर है, उन्होंने इनको खामराज चर्च के बारे में बताया, तो मीटिंग्स लगातार अटेंड करनी शुरू कर दी। फिर जब चर्च के बारे में आना शुरू किया, परमेश्वर की आत्मा ने छुआ और 12 मार्च 2023 को इन्होंने व्हाइट कार्ड बनवा के आप जिसे ले हैंड प्रेयर करवाई थी। ओके, वो देखेंगे। कैसे करूं प्रजा की डूबी नई आंखों किनारे लगा दिया मुझको है दीन सा, मुझको है दीन सा। अपने हाथों को उठा, इस औरत की ओर अपने हाथों को उठा। टेस्टिमनी बाद में देते हैं। ये केस अटेंशन मांग रहा है। ऐसे पेशेंट्स को अब हमेशा इमरजेंसी में रखते हैं क्योंकि ताकि लोगों को इनसे दिक्कत ना हो, लेकिन आज आपने इसे यहां रख दिया, ये शायद खुदा की योजना है। आमीन, आमीन, आमीन। मुझको है दीन सा, मुझको है दीन सा, रब से मिला दिया मेरे गुनाह का बोझ। Healed in Jesus' name. उठा लिया मेरे गुनाह का। Be healed, devil. Out. Out in Jesus' name. Thank you, Lord. मुझको है दीन सा, मुझको है दीन सा, रब से मिला दिया मेरी मत तेरी मसीहा, कैसे करूं बयां। You are free in Jesus' name. और अपोस्टल जो प्रेयर के बाद इनकी बॉडी में ठंडक एकदम महसूस हुई। आपको ठंडक महसूस हुई? हाँ। ओह जीसस। और उसके सेम टाइम से इनकी रिकवरी होनी शुरू हुई। आज 6 महीने हो चुके हैं, इनकी बॉडी बिल्कुल क्लीन हो चुकी है। दिखाओ, दिखाओ। कोई सोराइसिस नाम का रोग नहीं है, टांगे दिखाओ, कोई बीमारी नहीं है, कोई जख्म नहीं है। जिंदगी ने मारी पलटी तब खुशियां भरी मेरी झोली में टूटे बंधन। बेटा तू बता कुछ, अभी क्या मम्मी अब हील है तो सब खुश रहते हैं अभी? हाँ पापा जी। वाह, तुम्हारे कपड़े कितने सुंदर हैं दोनों के। थैंक यू पापा। कोलकाता से फ्लाइट में आए हो कि ट्रेन में आए हो? ट्रेन में। फ्लाइट में भेजूं वापिस? हाँ जहाज में लोगों को गवाहियां देते जाना। हालेलुया, हालेलुया। दिखाओ दोबारा से अपने टांगों को दिखाओ, जरा नाखून दिखाओ, टांगों को दिखाओ। ओह जीसस। मेरी झोली में टूटे बंधन। अपने हाथों को उठाओ। थैंक यू जीसस।